मेरा नाम रजनी है। मैं ਤੁਹਾਨੂੰ ਆਪਣੇ ਗੁਆਂਢ ਦੀ ਇੱਕ ਗੱਲ ਸੁਣਾਉਣਾ ਚਾਹੁੰਦੀ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਵੇਗੀ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਮਾਂ, ਮੇਰਾ ਪਿਤਾ ਤੇ ਛੋਟਾ ਭਰਾ ਹੈ। ਮੇਰੀ ਮਾਂ ਕਹਿੰਦੀ ਹੈ ਕਿ ਅਸੀਂ ਦੋਵੇਂ ਭੈਣ ਤੇ ਭਰਾ ਬਹੁਤ ਸਮਝਦਾਰ ਤੇ ਸੁਲਝੇ ਹੋਏ ਹਾਂ। ਸਾਡੇ ਗੁਆਂਢ ਵਿੱਚ ਇੱਕ ਗਾਇਤਰੀ ਮਾਸੀ ਰਿਹਾ ਕਰਦੀ ਸੀ। ਗਾਇਤਰੀ ਮਾਸੀ ਦੀਆਂ 3 ਕੁੜੀਆਂ ਸੀ ਤੇ ਉਹਨਾਂ ਦਾ ਪਤੀ ਵੀ ਨਹੀਂ ਸੀ, ਮਤਲਬ ਕਿ ਉਹ ਵਿਧਵਾ ਸੀ। ਉਹਨਾਂ ਦੇ ਪਤੀ ਦੀ ਬਹੁਤ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗਾਇਤਰੀ ਮਾਸੀ ਨੂੰ ਆਪਣੀ ਕੁੜੀਆਂ ਦੇ ਵਿਆਹ ਦੀ ਬਹੁਤ ਚਿੰਤਾ ਰਹਿੰਦੀ ਸੀ। ਹਾਲਾਂਕਿ ਉਹਨਾਂ ਦੀ ਕੁੜੀਆਂ ਬਹੁਤ ਸੁੰਦਰ ਸੀ। ਉਹ ਹਰ ਦਿਨ ਬਸ ਆਪਣੀ ਕੁੜੀਆਂ ਦੀ ਫਿਕਰ ਵਿੱਚ ਹੀ ਲੱਗੀ ਰਹਿੰਦੀ ਸੀ। ਗਾਇਤਰੀ ਮਾਸੀ ਦਾ ਸਾਡੇ ਘਰ ਬਹੁਤ ਆਉਣਾ ਜਾਣਾ ਸੀ। ਇੱਕ ਦਿਨ ਰਾਤ ਨੂੰ ਅਸੀਂ ਸਾਰੇ ਲੋਕ ਟੀਵੀ ਦੇਖ ਰਹੇ ਸੀ ਕਿ ਅਚਾਨਕ ਤੋਂ ਗਾਇਤਰੀ ਮਾਸੀ ਦੇ ਘਰ ਤੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉਹਨਾਂ ਦੇ ਘਰ ਤੋਂ ਆਉਂਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਲੋਕ ਵੀ ਬਾਹਰ ਆ ਗਏ। ਗਾਇਤਰੀ ਮਾਸੀ ਦੇ ਘਰ ਦੇ ਅੱਗੇ ਬਹੁਤ ਸਾਰੀ ਭੀੜ ਇਕੱਠੀ ਸੀ। ਪਤਾ ਨਹੀਂ ਉਹਨਾਂ ਦੇ ਘਰ ਵਿੱਚ ਕੀ ਹੋ ਗਿਆ ਸੀ। ਆਲੇ ਦੁਆਲੇ ਦੇ ਲੋਕ ਵੀ ਉਹਨਾਂ ਦੇ ਘਰ ਵਿੱਚੋਂ ਰੋਲੇ ਦੀ ਆਵਾਜ਼ ਸੁਣ ਕੇ ਉੱਥੇ ਇਕੱਠੇ ਹੋ ਗਏ ਸੀ। ਗਾਇਤਰੀ ਮਾਸੀ ਦੇ ਘਰ ਕੋਈ ਮੁੰਡਾ ਵੜ ਗਿਆ ਹੈ। ਉਸ ਮੁੰਡੇ ਨੂੰ ਦੇਖ ਕੇ ਤਾਂ ਸਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ। ਯਕੀਨ ਆਉਂਦਾ ਵੀ ਕਿਵੇਂ? ਆਖਰ ਉਹ ਮੁੰਡਾ ਕੋਈ ਹੋਰ ਨਹੀਂ, ਸਾਡੇ ਮੁਹੱਲੇ ਦੇ ਹੀ ਸਕੂਲ ਦਾ ਇੱਕ ਟੀਚਰ ਸੀ। ਉਹ ਮੁੰਡਾ ਬਹੁਤ ਮਿਹਨਤੀ ਟੀਚਰ ਸੀ। ਉਸ ਦੀ ਉਮਰ 28 ਸਾਲ ਸੀ, ਪਰ ਉਹ ਮੁੰਡਾ ਬਹੁਤ ਸ਼ਰੀਫ ਸੀ। ਬਹੁਤ ਸਾਲਾਂ ਤੋਂ ਉਹ ਸਾਡੇ ਮੁਹੱਲੇ ਦੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਸੀ। ਉਸਨੇ ਤਾਂ ਅੱਜ ਤੱਕ ਕਿਸੇ ਨਾਲ ਵੀ ਬਦਤਮੀਜ਼ੀ ਨਾਲ ਗੱਲ ਨਹੀਂ ਕੀਤੀ ਸੀ, ਪਰ ਅੱਜ ਪਹਿਲੀ ਵਾਰ ਗਾਇਤਰੀ ਮਾਸੀ ਦੇ ਘਰ ਵਿੱਚ ਉਸ ਦੀ ਬੇਇੱਜ਼ਤੀ ਹੁੰਦੇ ਹੋਏ ਅਸੀਂ ਦੇਖਿਆ ਸੀ। ਸਾਰੇ ਲੋਕ ਉਸ ਦਾ ਸਕੂਲ ਦਾ ਟੀਚਰ ਹੋਣ 'ਤੇ ਅਫਸੋਸ ਕਰ ਰਹੇ ਸੀ। ਲੋਕ ਕਹਿ ਰਹੇ ਸੀ ਕਿ ਰਾਤ ਦੇ ਇਸ ਸਮੇਂ ਇਕੱਲੀ ਔਰਤਾਂ ਦੇ ਘਰ ਵਿੱਚ ਆਉਣਾ ਇਹ ਕੋਈ ਚੰਗੀ ਗੱਲ ਨਹੀਂ ਹੈ, ਤੇ ਕੋਈ ਕਹਿੰਦਾ ਕਿ ਇਸ ਨੇ ਬਹੁਤ ਘਟੀਆ ਹਰਕਤ ਕੀਤੀ ਹੈ। ਸਾਰੇ ਲੋਕ ਇਕੱਠਾ ਹੋ ਗਏ ਤੇ ਉਸ ਟੀਚਰ ਨੂੰ ਬੁਰਾ ਭਲਾ ਕਹਿਣ ਲੱਗੇ। ਕਿਸੇ ਨੇ ਇਹ ਨਹੀਂ ਦੇਖਿਆ ਕਿ ਉਸ ਰਾਤ ਕੀ ਹੋਇਆ ਸੀ, ਜਦੋਂ ਕਿ ਉਹ ਮੁੰਡਾ ਆਪਣੀਆਂ ਨਜ਼ਰਾਂ ਝੁਕਾਏ ਹੋਏ ਖੜਾ ਸੀ ਤੇ ਕੁਝ ਬੋਲ ਵੀ ਨਹੀਂ ਰਿਹਾ ਸੀ, ਜਿਵੇਂ ਕਿ ਸੱਚ ਵਿੱਚ ਉਸ ਨੇ ਕੋਈ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ। ਉਹ ਤਾਂ ਆਪਣੇ ਵਜੂਦ 'ਤੇ ਵੀ ਸ਼ਰਮਿੰਦਾ ਲੱਗ ਰਿਹਾ ਸੀ। ਮੈਨੂੰ ਉਸ ਮੁੰਡੇ 'ਤੇ ਬਹੁਤ ਤਰਸ ਆ ਰਿਹਾ ਸੀ। ਮੈਂ ਧਿਆਨ ਨਾਲ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨਜ਼ਰ ਆ ਰਹੇ ਸੀ, ਪਰ ਭੀੜ ਦੀ ਵਜ੍ਹਾ ਨਾਲ ਉਹਨਾਂ ਨੇ ਉਹ ਹੰਝੂ ਆਪਣੀਆਂ ਅੱਖਾਂ ਤੋਂ ਬਾਹਰ ਨਹੀਂ ਆਉਣ ਦਿੱਤੇ। ਉਹਨਾਂ ਨੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ, ਬਸ ਸਿਰ ਝੁਕਾ ਕੇ ਉੱਥੋਂ ਚਲੇ ਗਏ। ਅਗਲੇ ਹੀ ਦਿਨ ਮੁਹੱਲੇ ਦੇ ਸਾਰੇ ਲੋਕਾਂ ਨੇ ਮਿਲ ਜੁਲ ਕੇ ਫੈਸਲਾ ਕੀਤਾ ਕਿ ਸਕੂਲ ਦੇ ਇਸ ਟੀਚਰ ਨੂੰ ਸਕੂਲ ਦੀ ਨੌਕਰੀ ਤੋਂ ਕੱਢ ਦਿੱਤਾ ਜਾਵੇ। ਪਰ ਐਦਾਂ ਹੋਣ ਤੋਂ ਪਹਿਲਾਂ ਹੀ ਉਹ ਗੈਰਤਮੰਦ ਮੁੰਡਾ ਆਪਣੀ ਨੌਕਰੀ ਛੱਡ ਕੇ ਉਸ ਸਕੂਲ ਤੋਂ ਚਲਾ ਗਿਆ ਸੀ। ਉਸ ਰਾਤ ਗਾਇਤਰੀ ਮਾਸੀ ਦੇ ਘਰ ਵਿੱਚੋਂ ਜੋ ਚੀਕਾਂ ਦੀ ਆਵਾਜ਼ ਆ ਰਹੀ ਸੀ, ਉਸ ਦੇ ਪਿੱਛੇ ਦੀ ਹਕੀਕਤ ਕੋਈ ਨਹੀਂ ਜਾਣਦਾ ਸੀ। ਬਸ ਮੇਰੇ ਦਿਮਾਗ ਵਿੱਚ ਇੱਕ ਹੀ ਗੱਲ ਘੁੰਮ ਰਹੀ ਸੀ, ਤੇ ਉਹ ਇਹ ਸੀ ਕਿ ਉਸ ਮੁੰਡੇ ਦਾ ਸਿਰ ਝੁਕਾ ਕੇ ਉੱਥੋਂ ਚਲੇ ਜਾਣਾ। ਪਤਾ ਨਹੀਂ ਕੀ ਹੋਇਆ ਸੀ ਉਸ ਦਿਨ, ਇਹ ਤਾਂ ਰੱਬ ਹੀ ਜਾਣਦਾ ਹੈ। ਪਰ ਅਸੀਂ ਸਾਰਿਆਂ ਨੂੰ ਗਾਇਤਰੀ ਮਾਸੀ ਬੇਕਸੂਰ ਹੀ ਲੱਗ ਰਹੀ ਸੀ। ਇੱਕ ਤਾਂ ਉਹ ਵਿਧਵਾ ਸੀ ਤੇ ਨਾਲ ਹੀ ਉਹਨਾਂ ਨਾਲ 3 ਜਵਾਨ ਕੁੜੀਆਂ ਵੀ ਸੀ। 3 ਜਵਾਨ ਕੁੜੀਆਂ ਨੂੰ ਨਾਲ ਰੱਖ ਕੇ ਜ਼ਿੰਮੇਵਾਰੀ ਨਾਲ ਚੱਲਣਾ ਕੋਈ ਆਮ ਗੱਲ ਨਹੀਂ ਹੁੰਦੀ। ਗਾਇਤਰੀ ਮਾਸੀ ਲਈ ਵੀ ਇਹ ਸਭ ਕੁਝ ਬਹੁਤ ਮੁਸ਼ਕਿਲ ਸੀ, ਪਰ ਉਹਨਾਂ ਨੇ ਬਹੁਤ ਹੌਸਲੇ ਦੇ ਨਾਲ ਇਸ ਦਾ ਸਾਹਮਣਾ ਕੀਤਾ। ਐਵੇਂ ਹੀ ਹੌਲੀ-ਹੌਲੀ ਗੱਲ ਇੱਥੇ ਤੱਕ ਪਹੁੰਚ ਗਈ ਕਿ ਅਗਲੇ ਹੀ ਦਿਨ ਗਾਇਤਰੀ ਮਾਸੀ ਸਾਡੇ ਘਰ ਆ ਗਈ। ਗਾਇਤਰੀ ਮਾਸੀ ਦੇ ਚਿਹਰੇ 'ਤੇ ਬਹੁਤ ਉਦਾਸੀ ਨਜ਼ਰ ਆ ਰਹੀ ਸੀ। ਪਹਿਲਾਂ ਤਾਂ ਮੈਨੂੰ ਉਹ ਟੀਚਰ ਮੁੰਡਾ ਬੇਕਸੂਰ ਲੱਗ ਰਿਹਾ ਸੀ, ਪਰ ਗਾਇਤਰੀ ਮਾਸੀ ਦੀ ਬੇਬਸੀ ਤੇ ਉਸ ਦੇ ਸੁਭਾਅ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਆਪਣੀਆਂ ਕੁੜੀਆਂ ਲਈ ਬਹੁਤ ਜ਼ਿਆਦਾ ਪਰੇਸ਼ਾਨ ਹੈ। ਗਾਇਤਰੀ ਮਾਸੀ ਮੇਰੀ ਮਾਂ ਨੂੰ ਕਹਿਣ ਲੱਗੀ, ਭੈਣ, ਜੇ ਘਰ ਵਿੱਚ ਜਵਾਨ ਕੁੜੀਆਂ ਹੋਣ ਤਾਂ ਉਸ ਦੀ ਮਾਂ ਨੂੰ ਆਪਣੀ ਕੁੜੀਆਂ ਦੀ ਬਹੁਤ ਜ਼ਿਆਦਾ ਚਿੰਤਾ ਲੱਗੀ ਰਹਿੰਦੀ ਹੈ। ਉਸ ਟੀਚਰ ਨੂੰ ਤਾਂ ਅਸੀਂ ਬਹੁਤ ਨੇਕ ਤੇ ਬਹੁਤ ਹੀ ਇਮਾਨਦਾਰ ਸਮਝਿਆ ਸੀ। ਉਹ ਮੇਰੀ ਕੁੜੀ ਨੂੰ ਪੜ੍ਹਾਉਣ ਲਈ ਆਉਂਦਾ ਸੀ, ਪਰ ਉਸਨੇ ਬਹੁਤ ਹੀ ਘਟੀਆ ਹਰਕਤ ਕੀਤੀ। ਇਹ ਸੁਣ ਕੇ ਮੈਂ ਉਹਨਾਂ ਲੋਕਾਂ ਕੋਲੋਂ ਉੱਠ ਕੇ ਚਲੀ ਗਈ। ਗਾਇਤਰੀ ਮਾਸੀ ਦੀ ਨਜ਼ਰ ਮੇਰੇ 'ਤੇ ਹੀ ਸੀ, ਪਰ ਮੈਨੂੰ ਉਹਨਾਂ ਦੀਆਂ ਗੱਲਾਂ ਸੁਣਾਈ ਦੇ ਰਹੀਆਂ ਸੀ। ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਭੈਣ, ਜੇ ਕੋਈ ਰਿਸ਼ਤਾ ਤੇਰੀ ਨਜ਼ਰ ਵਿੱਚ ਹੋਵੇ ਤਾਂ ਮੇਰੀਆਂ ਕੁੜੀਆਂ ਲਈ ਜ਼ਰੂਰ ਦੱਸਣਾ। ਮੈਂ ਆਪਣੀ ਕੁੜੀਆਂ ਦਾ ਜਲਦੀ ਤੋਂ ਜਲਦੀ ਵਿਆਹ ਕਰ ਦੇਣਾ ਚਾਹੁੰਦੀ ਹਾਂ। ਵਿਆਹ ਹੋ ਜਾਵੇਗਾ ਤਾਂ ਕੋਈ ਉਲਟੀ ਸਿੱਧੀ ਗੱਲ ਵੀ ਨਹੀਂ ਕਰੇਗਾ। ਇਸ ਲਈ ਤਾਂ ਜਵਾਨ ਕੁੜੀਆਂ ਦੇਖ ਕੇ ਹਰ ਕੋਈ ਮੇਰੇ ਘਰ ਵੱਲ ਉਂਗਲੀ ਉਠਾਉਂਦਾ ਹੈ ਤੇ ਇਹ ਮੈਨੂੰ
ਕਦੇ ਵੀ ਬਰਦਾਸ਼ਤ ਨਹੀਂ ਹੈ। ਮਾਂ ਨੇ ਉਹਨਾਂ ਨੂੰ ਕਿਹਾ ਕਿ ਉਸ ਦੀ ਨਜ਼ਰ ਵਿੱਚ ਜੇ ਕੋਈ ਚੰਗਾ ਰਿਸ਼ਤਾ ਹੋਵੇਗਾ ਤਾਂ ਉਹ ਤੈਨੂੰ ਜ਼ਰੂਰ ਦੱਸੇਗੀ। ਮਾਂ ਗਾਇਤਰੀ ਮਾਸੀ ਨੂੰ ਕਹਿਣ ਲੱਗੀ ਕਿ ਤੂੰ ਬਿਲਕੁਲ ਚਿੰਤਾ ਨਾ ਕਰ, ਤੇਰੀਆਂ ਕੁੜੀਆਂ ਤਾਂ ਵੈਸੇ ਵੀ ਬਹੁਤ ਸੋਹਣੀਆਂ ਹਨ ਤੇ ਘੱਟ ਉਮਰ ਦੀਆਂ ਵੀ ਹਨ, ਉਹਨਾਂ ਲਈ ਤਾਂ ਆਸਾਨੀ ਨਾਲ ਚੰਗੇ ਰਿਸ਼ਤੇ ਮਿਲ ਜਾਣਗੇ। ਤੂੰ ਹਿੰਮਤ ਨਾ ਹਾਰ, ਸਭ ਕੁਝ ਠੀਕ ਹੋ ਜਾਵੇਗਾ। ਮਾਂ ਨੇ ਉਹਨਾਂ ਦੇ ਨਾਲ ਗੱਲ ਕਰਦੇ ਹੀ ਆਪਣੀ ਇੱਕ ਸਹੇਲੀ ਨੂੰ ਫੋਨ ਕੀਤਾ। ਉਸਨੇ ਇੱਕ ਪੰਡਿਤ ਜੀ ਦਾ ਪਤਾ ਦੱਸਿਆ ਜੋ ਬਹੁਤ ਚੰਗੇ ਰਿਸ਼ਤੇ ਲੈ ਕੇ ਆਉਂਦਾ ਸੀ। ਉਹ ਪੰਡਿਤ ਜੀ ਸਾਡੇ ਘਰ ਆ ਗਏ। ਮਾਂ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇਹਨਾਂ ਤਿੰਨਾਂ ਕੁੜੀਆਂ ਦਾ ਚੰਗਾ ਰਿਸ਼ਤਾ ਕਰਾ ਦਿੱਤਾ ਤਾਂ ਤੁਹਾਨੂੰ ਇਸ ਦੇ ਬਦਲੇ ਮੂੰਹ ਮੰਗੀ ਰਕਮ ਦਿੱਤੀ ਜਾਵੇਗੀ। ਪੰਡਿਤ ਜੀ ਮੇਰੀ ਮਾਂ ਦੀ ਇਸ ਗੱਲ ਤੋਂ ਬਹੁਤ ਖੁਸ਼ ਹੋਏ ਸੀ ਤੇ ਕਹਿਣ ਲੱਗੇ ਕਿ ਉਹ ਕੱਲ੍ਹ ਹੀ ਕੋਈ ਰਿਸ਼ਤਾ ਲੈ ਕੇ ਆਉਣਗੇ। ਉਹਨਾਂ ਨੇ ਕਿਹਾ ਕਿ ਤੁਸੀਂ ਜਿਨ੍ਹਾਂ ਕੁੜੀਆਂ ਦਾ ਵਿਆਹ ਕਰਵਾਉਣਾ ਚਾਹੁੰਦੇ ਹੋ ਉਹਨਾਂ ਦੇ ਮਾਤਾ ਪਿਤਾ ਨੂੰ ਆਪਣੇ ਘਰ ਬੁਲਾ ਲੈਣਾ। ਮਾਂ ਕਹਿਣ ਲੱਗੀ ਕੁੜੀਆਂ ਦੇ ਪਿਤਾ ਤਾਂ ਹੈ ਨਹੀਂ, ਪਰ ਉਸ ਦੀ ਮਾਂ ਨੂੰ ਮੈਂ ਆਪਣੇ ਘਰ ਬੁਲਾ ਲਵਾਂਗੀ। ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਉਹਨਾਂ ਨੂੰ ਬੁਲਾ ਲੈਣਾ। ਮੈਂ ਮੁੰਡਿਆਂ ਦੀਆਂ ਚੰਗੀਆਂ ਚੰਗੀਆਂ ਫੋਟੋਆਂ ਲੈ ਕੇ ਆਉਂਗਾ, ਉਹਨਾਂ ਵਿੱਚੋਂ ਉਹ ਪਸੰਦ ਕਰ ਲਵੇਗੀ। ਜੋ ਰਿਸ਼ਤਾ ਉਹਨਾਂ ਨੂੰ ਸਹੀ ਲੱਗਿਆ ਉਸ ਲਈ ਮੈਂ ਅੱਗੇ ਗੱਲ ਚਲਾਉਂਗਾ। ਉਹਨਾਂ ਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਪਰਵਾਹ ਨਹੀਂ ਹੈ, ਤੁਸੀਂ ਬਹੁਤ ਚੰਗੇ ਲੋਕ ਲੱਗਦੇ ਹੋ, ਮੈਂ ਕੱਲ੍ਹ ਨੂੰ ਆ ਜਾਵਾਂਗਾ। ਪੰਡਿਤ ਜੀ ਦੀ ਗੱਲ ਸੁਣ ਕੇ ਮਾਂ ਨੂੰ ਤਸੱਲੀ ਹੋ ਗਈ। ਅਗਲੇ ਹੀ ਦਿਨ ਪੰਡਿਤ ਜੀ ਸਾਡੇ ਘਰ ਆ ਗਏ। ਉਹਨਾਂ ਕੋਲ ਬਹੁਤ ਸਾਰੇ ਮੁੰਡਿਆਂ ਦੀਆਂ ਫੋਟੋਆਂ ਸੀ। ਗਾਇਤਰੀ ਮਾਸੀ ਵੀ ਸਾਡੇ ਘਰ ਹੀ ਬੈਠੀ ਹੋਈ ਸੀ। ਗਾਇਤਰੀ ਮਾਸੀ ਇੱਕ ਇੱਕ ਕਰਕੇ ਮੁੰਡਿਆਂ ਦੀਆਂ ਫੋਟੋਆਂ ਦੇਖਣ ਲੱਗੀ। ਫਿਰ ਇੱਕ ਮੁੰਡੇ ਦੀ ਫੋਟੋ ਗਾਇਤਰੀ ਮਾਸੀ ਨੂੰ ਬਹੁਤ ਪਸੰਦ ਆਈ। ਉਹਨਾਂ ਨੇ ਕਿਹਾ ਕਿ ਇਦਾਂ ਦਾ ਹੀ ਮੁੰਡਾ ਮੇਰੀ ਕੁੜੀ ਨੂੰ ਪਸੰਦ ਆਵੇਗਾ। ਇਹ ਮੁੰਡਾ ਬਹੁਤ ਚੰਗਾ ਲੱਗ ਰਿਹਾ ਹੈ। ਇਹ ਮੁੰਡਾ ਲੰਬਾਈ ਵਿੱਚ ਵੀ ਚੰਗਾ ਹੈ, ਰੰਗ ਗੋਰਾ ਤੇ ਸ਼ਕਲ ਵੀ ਸੋਹਣੀ ਹੈ। ਮੇਰੀ ਕੁੜੀ ਨੂੰ ਸੋਹਣੇ ਮੁੰਡੇ ਹੀ ਪਸੰਦ ਆਉਂਦੇ ਹਨ। ਗਾਇਤਰੀ ਮਾਸੀ ਉਸ ਫੋਟੋ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ। ਉਹਨਾਂ ਦੀ ਸਭ ਤੋਂ ਵੱਡੀ ਕੁੜੀ ਜਿਸ ਦਾ ਨਾਂ ਅੰਜਲੀ ਸੀ, ਉਹ ਹੁਣ ਜਵਾਨ ਹੋ ਚੁੱਕੀ ਸੀ ਤੇ ਉਸ ਲਈ ਰਿਸ਼ਤੇ ਦੀ ਤਲਾਸ਼ ਗਾਇਤਰੀ ਮਾਸੀ ਪਤਾ ਨਹੀਂ ਕਦੋਂ ਤੋਂ ਕਰ ਰਹੀ ਸੀ। ਪਰ ਅੱਜ ਜੋ ਮੁੰਡਾ ਉਹਨਾਂ ਨੂੰ ਅੰਜਲੀ ਲਈ ਪਸੰਦ ਆਇਆ ਸੀ, ਉਹ ਮੁੰਡਾ ਮੈਨੂੰ ਕੁਝ ਜ਼ਿਆਦਾ ਖਾਸ ਨਹੀਂ ਲੱਗਿਆ। ਉਹ ਬਹੁਤ ਅਜੀਬ ਜਿਹਾ ਮੁੰਡਾ ਸੀ। ਮੈਨੂੰ ਤਾਂ ਉਹ ਮੁੰਡਾ ਕਿਸੇ ਵੀ ਪਾਸੇ ਤੋਂ ਪਸੰਦ ਨਹੀਂ ਆਇਆ ਸੀ। ਪਰ ਗਾਇਤਰੀ ਮਾਸੀ ਕਹਿਣ ਲੱਗੀ ਕਿ ਅਜੇ ਹੀ ਸੋਹਣੇ ਮਰਦ ਤਾਂ ਕੁੜੀਆਂ ਦਾ ਦਿਲ ਜਿੱਤ ਲੈਂਦੇ ਹਨ। ਬਸ ਮੈਂ ਹੁਣ ਆਪਣੀ ਕੁੜੀ ਦਾ ਵਿਆਹ ਇਸ ਨਾਲ ਹੀ ਕਰੂੰਗੀ। ਗਾਇਤਰੀ ਮਾਸੀ ਵੀ ਉਸ ਮੁੰਡੇ ਦੀ ਖੂਬਸੂਰਤੀ ਤੋਂ ਬਹੁਤ ਜ਼ਿਆਦਾ ਖੁਸ਼ ਹੋਈ ਸੀ। ਉਹ ਉਸ ਮੁੰਡੇ ਨੂੰ ਹੀ ਆਪਣਾ ਦਮਾਦ ਬਣਾਉਣਾ ਚਾਹੁੰਦੀ ਸੀ। ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਕੁੜੀ ਦੀ ਪਸੰਦ ਕਿਵੇਂ ਦੀ ਸੀ, ਪਰ ਮੈਨੂੰ ਤਾਂ ਉਸ ਮੁੰਡੇ ਨੂੰ ਦੇਖ ਕੇ ਇਦਾਂ ਲੱਗਦਾ ਸੀ ਕਿ ਅੰਜਲੀ ਜ਼ਰੂਰ ਇਸ ਰਿਸ਼ਤੇ ਨੂੰ ਮਨਾ ਕਰ ਦੇਵੇਗੀ। ਪਰ ਮਨਾ ਕਰਨ ਦੀ ਨੌਬਤ ਹੀ ਨਹੀਂ ਆਈ। ਮਾਂ ਨੇ ਅਗਲੇ ਹੀ ਦਿਨ ਸਾਨੂੰ ਦੱਸਿਆ ਕਿ ਉਹ ਮੁੰਡਾ ਗਾਇਤਰੀ ਮਾਸੀ ਦੀ ਕੁੜੀ ਨਾਲ ਵਿਆਹ ਕਰਨ ਲਈ ਤਿਆਰ ਹੋ ਗਿਆ ਹੈ। ਮੈਨੂੰ ਤਾਂ ਇਸ ਗੱਲ ਤੇ ਯਕੀਨ ਹੀ ਨਹੀਂ ਆ ਰਿਹਾ ਸੀ ਤੇ ਉਹਨਾਂ ਨੇ ਦੱਸਿਆ ਕਿ ਉਹ ਲੋਕ ਬਹੁਤ ਅਮੀਰ ਹਨ। ਉਹਨਾਂ ਦੇ ਪੈਸੇ ਦਾ ਤਾਂ ਕੋਈ ਹਿਸਾਬ ਹੀ ਨਹੀਂ ਲਗਾ ਸਕਦਾ। ਉਹ ਉਹਨਾਂ ਲੋਕਾਂ ਨੂੰ ਜ਼ਿਆਦਾ ਤਾਂ ਨਹੀਂ ਜਾਣਦੀ ਸੀ, ਪਰ ਗਾਇਤਰੀ ਮਾਸੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੈ। ਉਹ ਚਾਹੁੰਦੀ ਸੀ ਕਿ ਉਸ ਦੀ ਕੁੜੀ ਦਾ ਰਿਸ਼ਤਾ ਉਸ ਮੁੰਡੇ ਨਾਲ ਹੀ ਹੋ ਜਾਵੇ। ਉਸ ਮੁੰਡੇ ਦਾ ਨਾਂ ਮੁਕੇਸ਼ ਸੀ। ਮੁੰਡਾ ਦੇਖਣ ਵਿੱਚ ਵੀ ਬਹੁਤ ਚੰਗਾ ਹੈ ਤੇ ਬਹੁਤ ਅਮੀਰ ਵੀ ਹੈ। ਇਸ ਗੱਲ ਨਾਲ ਸਾਰੇ ਲੋਕ ਰਾਜੀ ਸੀ। ਗਾਇਤਰੀ ਮਾਸੀ ਨੇ ਵੀ ਰੱਬ ਦਾ ਧੰਨਵਾਦ ਕੀਤਾ ਤੇ ਕਹਿਣ ਲੱਗੀ ਕਿ ਜ਼ਿਆਦਾ ਨਾ ਸਹੀ ਇੱਕ ਰਿਸ਼ਤੇ ਦਾ ਤਾਂ ਬੰਦੋਬਸਤ ਹੋ ਹੀ ਗਿਆ। ਗਾਇਤਰੀ ਮਾਸੀ ਇਸ ਉਮੀਦ ਵਿੱਚ ਸੀ ਕਿ ਉਹਨਾਂ ਦੀ ਇੱਕ ਕੁੜੀ ਦਾ ਰਿਸ਼ਤਾ ਹੋ ਜਾਵੇਗਾ ਤਾਂ ਫਿਰ ਬਾਕੀਆਂ ਲਈ ਖੁਦ ਆਪਣੇ ਆਪ ਰਿਸ਼ਤੇ ਆਉਣ ਲੱਗਣਗੇ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਆਉਣ ਵਾਲਾ ਸਮਾਂ ਉਹਨਾਂ ਲਈ ਕਿੰਨਾ ਖਤਰਨਾਕ ਸਾਬਿਤ ਹੋਵੇਗਾ ਤੇ ਮੁਹੱਲੇ ਵਿੱਚ ਉਹਨਾਂ ਦੀ ਬੇਇੱਜ਼ਤੀ ਤੇ ਰੁਸਵਾਈ ਅਲੱਗ ਤੋਂ ਹੋਏਗੀ। ਇਸ ਬੁਢਾਪੇ ਵਿੱਚ ਉਹਨਾਂ ਦੀ ਇੱਜ਼ਤ ਨਿਲਾਮ ਹੋਣ ਵਾਲੀ ਹੈ। ਕਿਸੇ ਨੇ ਨਹੀਂ ਸੋਚਿਆ। ਗਾਇਤਰੀ ਮਾਸੀ ਤਾਂ ਕਦੇ ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਨਹੀਂ ਲਈ ਹੋਵੇਗੀ ਜੋ ਹੁਣ ਉਹਨਾਂ ਨਾਲ ਹੋਣ ਵਾਲਾ ਸੀ। ਗਾਇਤਰੀ ਮਾਸੀ ਇਸ ਰਿਸ਼ਤੇ ਤੋਂ ਬਹੁਤ ਖੁਸ਼ ਤੇ ਸਹਿਮਤ ਸੀ। 3 ਦਿਨਾਂ ਬਾਅਦ ਮੁੰਡੇ ਵਾਲੇ ਗਾਇਤਰੀ ਮਾਸੀ ਦੇ ਘਰ ਆ ਕੇ ਗੱਲ ਪੱਕੀ ਕਰਕੇ ਚਲੇ ਗਏ ਤੇ ਉਹਨਾਂ ਦੀ ਕੁੜੀ ਅੰਜਲੀ ਨੂੰ ਰਸਮ ਦੇ ਤੌਰ ਤੇ ਸੋਨੇ ਦੀ ਅੰਗੂਠੀ ਵੀ ਪਹਿਨਾ ਗਏ। ਸੋਨੇ ਦੀ ਅੰਗੂਠੀ ਦੇਖ ਕੇ ਗਾਇਤਰੀ ਮਾਸੀ ਬਹੁਤ ਹੈਰਾਨ ਸੀ। ਉਹ ਅੰਗੂਠੀ ਬਹੁਤ ਮਹਿੰਗੀ ਲੱਗ ਰਹੀ ਸੀ। ਹਾਲਾਂਕਿ ਅੰਜਲੀ ਵੀ ਬਹੁਤ ਖੁਸ਼ ਸੀ। ਗਾਇਤਰੀ ਮਾਸੀ ਦੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ। ਉਹਨਾਂ ਦੀਆਂ ਕੁੜੀਆਂ ਵੀ ਬਹੁਤ ਖੁਸ਼ ਸੀ, ਜਦੋਂ ਕਿ ਉਹਨਾਂ ਦੀ ਵੱਡੀ ਕੁੜੀ ਸ਼ਰਮਾਈ ਹੋਈ ਫਿਰਦੀ ਸੀ। ਪੰਡਿਤ ਜੀ ਨੇ ਵਿਆਹ ਦਾ ਮਹੂਰਤ ਅਗਲੇ ਹਫ਼ਤੇ ਦਾ ਕੱਢਿਆ ਸੀ। ਵੈਸੇ ਵੀ ਗਾਇਤਰੀ ਮਾਸੀ ਚਾਹੁੰਦੀ ਸੀ ਕਿ ਉਹਨਾਂ ਦੀ ਕੁੜੀ ਦਾ ਵਿਆਹ ਇਸੇ ਮਹੀਨੇ ਵਿੱਚ ਹੋ ਜਾਵੇ। ਸਾਰੇ ਲੋਕ ਉਹਨਾਂ ਦੀ ਇਸ ਗੱਲ ਤੋਂ ਹੈਰਾਨ ਸੀ ਕਿ ਆਖਰ ਉਹਨਾਂ ਨੂੰ ਵਿਆਹ ਦੀ ਇੰਨੀ ਜਲਦੀ ਕਿਉਂ ਹੈ।
ਗਾਇਤਰੀ ਮਾਸੀ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਗੈਰ ਲੋਕਾਂ ਦੀ ਨਜ਼ਰ ਪੈਣ ਲੱਗੀ ਹੈ। ਉਹ ਉਹਨਾਂ ਨੂੰ ਤੰਗ ਕਰਨ ਲੱਗੇ ਹਨ। ਇਸ ਲਈ ਉਹ ਆਪਣੀ ਕੁੜੀ ਦਾ ਵਿਆਹ ਜਲਦੀ ਤੋਂ ਜਲਦੀ ਕਰਾ ਕੇ ਆਪਣੇ ਦਾਮਾਦ ਨੂੰ ਆਪਣਾ ਬਣਾਉਣਾ ਚਾਹੁੰਦੀ ਹੈ। ਉਸ ਦੇ ਬਾਅਦ ਫਿਰ ਗਾਇਤਰੀ ਮਾਸੀ ਨੇ ਇੱਕ ਅਜੀਬ ਹੈਰਾਨ ਕਰਨ ਵਾਲੀ ਗੱਲ ਦੱਸੀ। ਉਹਨਾਂ ਦਾ ਕਹਿਣਾ ਸੀ ਕਿ ਵਿਆਹ ਤੋਂ ਬਾਅਦ ਉਹਨਾਂ ਦਾ ਦਾਮਾਦ ਘਰ ਜਵਾਈ ਬਣ ਕੇ ਰਹੇਗਾ। ਇਸ ਗੱਲ ਨੇ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਗਾਇਤਰੀ ਮਾਸੀ ਵੀ ਬਹੁਤ ਸਹਿਮਤ ਹੋ ਕੇ ਗੱਲ ਕਰ ਰਹੀ ਸੀ। ਉਹਨਾਂ ਦਾ ਚਿਹਰਾ ਕੁਝ ਹੋਰ ਹੀ ਕਹਿ ਰਿਹਾ ਸੀ। ਕਹਿਣ ਲੱਗੀ ਕਿ ਵਿਆਹ ਤੋਂ ਬਾਅਦ ਉਹ ਮੁੰਡਾ ਸਾਡੇ ਨਾਲ ਸਾਡੇ ਘਰ ਵਿੱਚ ਹੀ ਰਹੇਗਾ। ਮੈਂ ਝੱਟ ਨਾਲ ਪੁੱਛਿਆ, ਗਾਇਤਰੀ ਮਾਸੀ, ਤੁਹਾਨੂੰ ਇਸ ਗੱਲ ਤੇ ਕੋਈ ਇਤਰਾਜ਼ ਤਾਂ ਨਹੀਂ ਹੈ? ਲੋਕ ਤਾਂ ਘਰ ਜਵਾਈ ਨੂੰ ਬੇਗੈਰਤ ਤੇ ਬਹੁਤ ਬੁਰਾ ਸਮਝਦੇ ਹਨ ਤੇ ਉਸ ਨੂੰ ਨਿਕੰਮਾ ਹੋਣ ਦਾ ਖਿਤਾਬ ਖੁਦ ਆਪਣੇ ਆਪ ਮਿਲ ਜਾਂਦਾ ਹੈ। ਇਦਾਂ ਲੱਗ ਰਿਹਾ ਸੀ ਜਿਵੇਂ ਗਾਇਤਰੀ ਮਾਸੀ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ। ਉਹ ਗੁੱਸੇ ਨਾਲ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੀ, ਐਵੇਂ ਦੀ ਕੋਈ ਗੱਲ ਨਹੀਂ ਹੈ। ਮੈਨੂੰ ਆਪਣੇ ਹੋਣ ਵਾਲੇ ਦਾਮਾਦ ਤੇ ਪੂਰਾ ਯਕੀਨ ਹੈ। ਉਹ ਸਾਡੇ ਨਾਲ ਰਹੇਗਾ ਤੇ ਸਾਨੂੰ ਵੀ ਸਹਾਰਾ ਮਿਲੇਗਾ। ਮੈਂ ਇਸ ਗੱਲ ਤੇ ਹੈਰਾਨ ਸੀ ਕਿ ਗਾਇਤਰੀ ਮਾਸੀ ਦਾ ਦਾਮਾਦ ਇੰਨਾ ਹੀ ਅਮੀਰ ਹੈ ਤਾਂ ਫਿਰ ਘਰ ਜਵਾਈ ਬਣਨ ਲਈ ਕਿਵੇਂ ਰਾਜੀ ਹੋ ਗਿਆ? ਅਮੀਰ ਲੋਕ ਤਾਂ ਮਰ ਕੇ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ। ਮੈਂ ਮਾਂ ਨੂੰ ਕਿਹਾ ਕਿ ਤੁਸੀਂ ਗਾਇਤਰੀ ਮਾਸੀ ਨੂੰ ਸਮਝਾਓ। ਮਾਂ ਕਹਿਣ ਲੱਗੀ, ਜੇ ਅਸੀਂ ਉਹਨਾਂ ਨੂੰ ਇਹ ਗੱਲ ਕਹਾਂਗੇ ਤਾਂ ਉਹ ਸਾਡੀ ਗੱਲ ਦਾ ਬੁਰਾ ਮੰਨ ਜਾਵੇਗੀ। ਇੱਕ ਵਿਧਵਾ ਔਰਤ ਦੀ ਕੁੜੀ ਦਾ ਘਰ ਪਹਿਲੀ ਵਾਰ ਵਸ ਰਿਹਾ ਹੈ। ਮੈਂ ਬੇਵਜ੍ਹਾ ਉਹਨਾਂ ਦੇ ਦਿਮਾਗ ਵਿੱਚ ਸ਼ੱਕ ਨਹੀਂ ਪਾਉਣਾ ਚਾਹੁੰਦੀ। ਮੈਂ ਤਾਂ ਮਾਂ ਦੀ ਗੱਲ ਸੁਣ ਕੇ ਚੁੱਪ ਹੋ ਗਈ, ਪਰ ਸਾਹਮਣੇ ਖੜਾ ਮੇਰਾ ਭਰਾ ਇਹ ਸਾਰੀ ਗੱਲ ਸੁਣ ਰਿਹਾ ਸੀ। ਜਦੋਂ ਰਾਤ ਨੂੰ ਗਾਇਤਰੀ ਮਾਸੀ ਸਾਡੇ ਘਰ ਮਿਠਾਈ ਦੇਣ ਦੇ ਲਈ ਆਈ ਤਾਂ ਮੇਰੇ ਭਰਾ ਨੇ ਉਹਨਾਂ ਨੂੰ ਇਹ ਗੱਲ ਸਾਫ਼-ਸਾਫ਼ ਕਹਿ ਦਿੱਤੀ, ਗਾਇਤਰੀ ਮਾਸੀ, ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਤਾਂ ਹੋ ਨਾ? ਚਲੋ ਤੁਹਾਡੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ, ਪਰ ਇੱਕ ਵਾਰ ਮੁੰਡੇ ਵਾਲਿਆਂ ਦੀ ਜਾਂਚ ਪੜਤਾਲ ਜ਼ਰੂਰ ਕਰ ਲੈਣਾ। ਮੈਂ ਕਿਵੇਂ ਮੰਨ ਲਵਾਂ ਕਿ ਇੱਕ ਅਮੀਰ ਬਾਪ ਦਾ ਇਕਲੌਤਾ ਮੁੰਡਾ, ਆਪਣੇ ਖਾਨਦਾਨ ਦਾ ਇਕਲੌਤਾ ਵੰਸ਼, ਇਕੱਲੇ ਤੁਹਾਡੇ ਲੋਕਾਂ ਦੇ ਨਾਲ ਘਰ ਜਵਾਈ ਬਣਨ ਤੇ ਰਾਜ਼ੀ ਹੋ ਗਿਆ? ਜ਼ਰੂਰ ਉਹ ਲੋਕ ਤੁਹਾਡੇ ਨਾਲ ਕੋਈ ਨਾ ਕੋਈ ਧੋਖਾ ਕਰ ਰਹੇ ਹਨ। ਗਾਇਤਰੀ ਮਾਸੀ ਨੂੰ ਮੇਰੇ ਭਰਾ ਦੀ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਤੇ ਉਹ ਇਸ ਗੱਲ ਤੇ ਭੜਕ ਉੱਠੀ। ਕਹਿਣ ਲੱਗੀ, ਤੂੰ ਮੇਰੀ ਕੁੜੀ ਦੀ ਕਿਸਮਤ ਤੇ ਜਲ ਰਿਹਾ ਹੈ, ਕਿਤੇ ਤੇਰੀ ਹੀ ਤਾਂ ਉਸ ਤੇ ਨਜ਼ਰ ਨਹੀਂ ਸੀ। ਮੇਰਾ ਭਰਾ ਇਹ ਸੁਣ ਕੇ ਹੈਰਾਨ ਹੋ ਗਿਆ ਤੇ ਆਪਣੇ ਕੰਨਾਂ ਨੂੰ ਹੱਥ ਲਗਾਉਣ ਲੱਗਾ। ਉਸਨੇ ਗਾਇਤਰੀ ਮਾਸੀ ਨੂੰ ਕਿਹਾ, ਰੱਬ ਨਾ ਕਰੇ ਮਾਸੀ, ਇਹ ਤੂੰ ਕਿੱਦਾਂ ਦੀ ਗੱਲ ਕਰ ਰਹੀ ਹੈ? ਤੁਹਾਡੀਆਂ ਸਾਰੀਆਂ ਕੁੜੀਆਂ ਮੇਰੀਆਂ ਭੈਣਾਂ ਵਰਗੀਆਂ ਹਨ। ਮੇਰਾ ਮਤਲਬ ਇਹ ਸੀ ਕਿ ਤੁਸੀਂ ਬੇਗਾਨਿਆਂ ਵਿੱਚ ਰਿਸ਼ਤਾ ਕਰਦੇ ਸਮੇਂ ਥੋੜਾ ਸੋਚ ਲੈਂਦੇ। ਮੈਂ ਵੀ ਬੇਗਾਨਿਆਂ ਨਾਲ ਰਿਸ਼ਤਾ ਕਰਦੇ ਸਮੇਂ ਬਹੁਤ ਸੋਚਦਾ ਹਾਂ। ਗਾਇਤਰੀ ਮਾਸੀ ਕਹਿਣ ਲੱਗੀ, ਤੂੰ ਕਿਹੜੇ ਰਿਸ਼ਤੇ ਕਰਾਏ ਹਨ ਜੋ ਇੰਨਾ ਡਰ ਰਿਹਾ ਹੈ? ਗਾਇਤਰੀ ਮਾਸੀ ਮੇਰੇ ਭਰਾ ਨੂੰ ਬਹੁਤ ਬੁਰਾ ਭਲਾ ਕਹਿ ਕੇ ਉੱਥੋਂ ਚਲੀ ਗਈ। ਉਸ ਦਿਨ ਤੋਂ ਬਾਅਦ ਹੀ ਮੇਰੇ ਘਰ ਵਿੱਚ ਕਿਸੇ ਨੇ ਵੀ ਗਾਇਤਰੀ ਮਾਸੀ ਨੂੰ ਨਹੀਂ ਟੋਕਿਆ ਕਿ ਉਹ ਇਹਨਾਂ ਲੋਕਾਂ ਨਾਲ ਆਪਣੀ ਕੁੜੀ ਦਾ ਵਿਆਹ ਕਿਉਂ ਕਰ ਰਹੀ ਹੈ। ਫਿਲਹਾਲ 2 ਹਫ਼ਤੇ ਬਾਅਦ ਉਹਨਾਂ ਦੀ ਕੁੜੀ ਦੀ ਬਰਾਤ ਆਈ। ਉਹਨਾਂ ਦੀ ਕੁੜੀ ਵੀ ਬਹੁਤ ਖੁਸ਼ ਸੀ। ਉਸਨੇ ਲਾਲ ਰੰਗ ਦਾ ਪਿਆਰਾ ਜਿਹਾ ਲਹਿੰਗਾ ਪਹਿਨ ਰੱਖਿਆ ਸੀ। ਉਹ ਉਸ ਲਹਿੰਗੇ ਵਿੱਚ ਬਹੁਤ ਸੁੰਦਰ ਤੇ ਪਿਆਰੀ ਲੱਗ ਰਹੀ ਸੀ। ਵਿਆਹ ਬਹੁਤ ਧੂਮਧਾਮ ਨਾਲ ਹੋ ਰਿਹਾ ਸੀ, ਪਰ ਬਰਾਤ ਦੀਆਂ ਗੱਡੀਆਂ ਦੇਖ ਕੇ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਮੇਰੀ ਹੈਰਾਨੀ ਦੀ ਵਜ੍ਹਾ ਉਹ ਮਹਿੰਗੀਆਂ ਗੱਡੀਆਂ ਜਾਂ ਫਿਰ ਉੱਥੇ ਮੌਜੂਦ ਅਮੀਰ ਲੋਕ ਨਹੀਂ ਸੀ, ਬਲਕਿ ਇੱਕ ਹਕੀਕਤ ਇਦਾਂ ਦੀ ਸੀ ਜਿਸ ਤੇ ਸਾਰੇ ਲੋਕਾਂ ਦੀ ਨਜ਼ਰ ਗਈ ਸੀ ਤੇ ਸਾਰੇ ਲੋਕ ਇਸ ਬਾਰੇ ਗੱਲ ਵੀ ਕਰ ਰਹੇ ਸੀ। ਜੋ ਲੋਕ ਬਰਾਤ ਵਿੱਚ ਆਏ ਸੀ ਉਹਨਾਂ ਵਿੱਚ ਸਾਰੇ ਲੋਕ ਮਰਦ ਹੀ ਸੀ। ਕੋਈ ਵੀ ਔਰਤ ਬਰਾਤ ਵਿੱਚ ਨਹੀਂ ਆਈ ਸੀ। ਸਿਰਫ ਗਿਣਤੀ ਦੀਆਂ 2 ਹੀ ਔਰਤਾਂ ਆਈਆਂ ਸੀ। ਇੱਕ ਔਰਤ ਨੇ ਦੱਸਿਆ ਕਿ ਉਹ ਮੁੰਡੇ ਦੀ ਮਾਂ ਹੈ। ਦੂਜੀ ਔਰਤ ਕਹਿਣ ਲੱਗੀ ਕਿ ਮੈਂ ਮੁੰਡੇ ਦੀ ਭੈਣ ਹਾਂ ਤੇ ਇਹ ਮੇਰਾ ਇਕਲੌਤਾ ਭਰਾ ਹੈ। ਪਰ ਉਹਨਾਂ ਔਰਤਾਂ ਦੀ ਉਮਰ ਵਿੱਚ ਜ਼ਿਆਦਾ ਫਰਕ ਨਹੀਂ ਲੱਗ ਰਿਹਾ ਸੀ। ਮਾਂ ਤੇ ਕੁੜੀ ਇੱਕ ਹੀ ਉਮਰ ਦੀ ਲੱਗ ਰਹੀ ਸੀ। ਇਹ ਗੱਲ ਬਹੁਤ ਹੀ ਅਜੀਬ ਤੇ ਹੈਰਾਨ ਕਰ ਦੇਣ ਵਾਲੀ ਸੀ। ਮਾਸੀ ਬਹੁਤ ਖੁਸ਼ ਸੀ। ਉਹਨਾਂ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਸਾਰੀਆਂ ਰਸਮਾਂ ਨੂੰ ਅੰਜਾਮ ਦੇ ਦਿੱਤਾ ਤੇ ਫਿਰ ਆਪਣੀ ਕੁੜੀ ਨੂੰ ਵਿਦਾ ਕਰਨ ਦੀ ਬਜਾਏ ਉਸਨੇ ਆਪਣੇ ਹੀ ਘਰ ਦੇ ਥੱਲੇ ਵਾਲੇ ਕਮਰੇ ਵਿੱਚ ਆਪਣੀ ਕੁੜੀ ਨੂੰ ਸ਼ਿਫਟ ਕਰ ਦਿੱਤਾ। ਉਹਨਾਂ ਦੀ ਕੁੜੀ ਵਿਦਾ ਹੋ ਕੇ ਆਪਣੇ ਹੀ ਘਰ ਤੋਂ ਆਪਣੇ ਹੀ ਘਰ ਵਿੱਚ ਆ ਗਈ। ਬਸ ਬਦਲਾਵ ਉਸਦੇ ਪਤੀ ਦਾ ਸੀ। ਸਾਰੇ ਰਿਸ਼ਤੇਦਾਰ ਕੁੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਘਰ ਤੋਂ ਜਾ ਰਹੇ ਸੀ। ਅਸੀਂ ਲੋਕ ਵੀ ਆਪਣੇ ਘਰ ਆ ਗਏ। ਅਗਲੀ ਸਵੇਰ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਗਾਇਤਰੀ ਮਾਸੀ ਨੂੰ ਇਹ ਪੈਸੇ ਦੇ ਕੇ ਆ। ਕੱਲ ਰਾਤ ਨੂੰ ਉਹਨਾਂ ਨੇ ਇਹ ਪੈਸੇ ਮੈਨੂੰ ਸੰਭਾਲਣ ਦੇ ਲਈ ਦਿੱਤੇ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਇਹ ਪੈਸੇ ਮੈਂ ਆਪਣੇ ਕੋਲ ਰੱਖ ਲਵਾਂ। ਇਹ 70,000 ਰੁਪਏ ਹਨ
ਜੋ ਰਿਸ਼ਤੇਦਾਰਾਂ ਨੇ ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਦਿੱਤੇ ਸੀ। ਇਸ ਤਰ੍ਹਾਂ ਨਾ ਹੋਵੇ ਉਹ ਇਹ ਸੋਚੇ ਕਿ ਮੈਂ ਉਸ ਤੋਂ ਪੈਸੇ ਲੈ ਕੇ ਉਸ ਨੂੰ ਦੇਣਾ ਹੀ ਭੁੱਲ ਗਈ ਹਾਂ। ਤੂੰ ਜਾ ਕੇ ਹੁਣੇ ਇਸੇ ਸਮੇਂ ਇਹ ਪੈਸੇ ਉਹਨਾਂ ਨੂੰ ਦੇ ਆ, ਤੇ ਹਾਂ ਉਸ ਨੂੰ ਇਹ ਵੀ ਕਹਿਣਾ ਕਿ ਉਹ ਤੇਰੇ ਸਾਹਮਣੇ ਹੀ ਇਹਨਾਂ ਪੈਸਿਆਂ ਨੂੰ ਗਿਣ ਲਵੇ। ਕਿਤੇ ਐਵੇਂ ਨਾ ਹੋਵੇ ਕਿ ਉਹਨਾਂ ਨੂੰ ਆਪਣੇ ਪੈਸੇ ਘੱਟ ਲੱਗਣ ਤਾਂ ਉਹ ਮੈਨੂੰ ਉਸੇ ਸਮੇਂ ਦੱਸ ਦੇਣ। ਮਾਂ ਵੀ ਗਾਇਤਰੀ ਮਾਸੀ ਤੋਂ ਬਹੁਤ ਡਰ ਲੱਗੀ ਸੀ। ਗਾਇਤਰੀ ਮਾਸੀ ਦੀ ਗੱਲ, ਉਹਨਾਂ ਦੀ ਤੇਜ਼ ਜ਼ੁਬਾਨ ਤੇ ਉਹਨਾਂ ਦੇ ਅਪਸ਼ਬਦ ਦੀ ਵਜ੍ਹਾ ਨਾਲ ਹੁਣ ਸਾਰੇ ਲੋਕ ਉਹਨਾਂ ਤੋਂ ਦੂਰ ਭੱਜਣ ਲੱਗੇ ਸੀ। ਪਰ ਗਾਇਤਰੀ ਮਾਸੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਫਿਰ ਮੈਂ ਆਪਣੇ ਘਰ ਤੋਂ ਨਿਕਲੀ ਤੇ ਗਾਇਤਰੀ ਮਾਸੀ ਦੇ ਘਰ ਚਲੀ ਗਈ। ਮੈਂ ਉਹਨਾਂ ਦੇ ਘਰ ਜਾਂਦੇ ਹੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਸੀ। ਇਹ ਦੇਖ ਕੇ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਸੀ। ਅੱਜ ਤੱਕ ਤਾਂ ਕਦੇ ਮਾਸੀ ਦੇ ਘਰ ਤੇ ਤਾਲਾ ਲੱਗਿਆ ਨਹੀਂ ਮਿਲਿਆ ਸੀ, ਪਰ ਅੱਜ ਉਹਨਾਂ ਦੇ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਸੀ। ਮੈਂ ਘਰ ਵਾਪਸ ਆ ਗਈ। ਮੈਂ ਘਰ ਆਉਂਦੇ ਹੀ ਇਹ ਗੱਲ ਤੁਰੰਤ ਆਪਣੀ ਮਾਂ ਨੂੰ ਦੱਸੀ। ਮੇਰੀ ਮਾਂ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਇਆ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਬੇਵਜ੍ਹਾ ਇਸ ਤਰ੍ਹਾਂ ਦਾ ਮਜ਼ਾਕ ਮੇਰੇ ਨਾਲ ਕਰ ਰਹੀ ਹੈ, ਚੱਲ ਮੇਰੇ ਨਾਲ, ਮੈਂ ਜਾ ਕੇ ਦੇਖਦੀ ਹਾਂ। ਮੈਂ ਕਿਹਾ, ਮਾਂ ਮੈਂ ਸੱਚ ਕਹਿ ਰਹੀ ਹਾਂ, ਗਾਇਤਰੀ ਮਾਸੀ ਦੇ ਘਰ ਤੇ ਤਾਲਾ ਲੱਗਿਆ ਹੋਇਆ। ਮੈਂ ਤੁਹਾਡੇ ਨਾਲ ਕੋਈ ਮਜ਼ਾਕ ਨਹੀਂ ਕਰ ਰਹੀ ਹਾਂ। ਮਾਂ ਮੇਰਾ ਹੱਥ ਫੜ ਕੇ ਘਰ ਤੋਂ ਬਾਹਰ ਨਿਕਲ ਆਈ ਤੇ ਜਦੋਂ ਅਸੀਂ ਗਾਇਤਰੀ ਮਾਸੀ ਦੇ ਘਰ ਪਹੁੰਚੇ ਤਾਂ ਮਾਂ ਨੇ ਦੇਖਿਆ ਕਿ ਸੱਚ ਵਿੱਚ ਗਾਇਤਰੀ ਮਾਸੀ ਦੇ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਸੀ। ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ, ਪਰ ਮੈਂ ਆਪਣੀ ਮਾਂ ਤੋਂ ਝਿੜਕਾਂ ਨਹੀਂ ਖਾਣਾ ਚਾਹੁੰਦੀ ਸੀ, ਇਸ ਲਈ ਮੈਂ ਚੁੱਪ ਹੀ ਰਹੀ। ਮਾਂ ਵੀ ਹੈਰਾਨ ਪਰੇਸ਼ਾਨ ਹੋ ਕੇ ਘਰ ਵਾਪਸ ਆ ਗਈ। ਉਹਨਾਂ ਨੇ ਘਰ ਵਾਪਸ ਆ ਕੇ ਭਰਾ ਨੂੰ ਵੀ ਇਹ ਗੱਲ ਦੱਸ ਦਿੱਤੀ। ਭਰਾ ਨੇ ਕਿਹਾ ਕਿ ਜ਼ਰੂਰ ਉਹਨਾਂ ਲੋਕਾਂ ਨੇ ਇਹਨਾਂ ਨਾਲ ਕੋਈ ਧੋਖਾ ਕੀਤਾ ਹੋਵੇਗਾ, ਇਸ ਲਈ ਤਾਂ ਸ਼ਰਮ ਦੀ ਵਜ੍ਹਾ ਨਾਲ ਰਾਤੋਂ ਰਾਤ ਇਹਨਾਂ ਲੋਕਾਂ ਨੇ ਇਹ ਮੁਹੱਲਾ ਛੱਡ ਦਿੱਤਾ ਹੋਵੇਗਾ। ਉਹਨਾਂ ਦੇ ਘਰ ਵਿੱਚ ਤਾਂ ਬਹੁਤ ਸਾਰਾ ਸਮਾਨ ਸੀ, ਪਰ ਸਾਨੂੰ ਤਾਂ ਇਸ ਤਰ੍ਹਾਂ ਦੀ ਕੋਈ ਖਬਰ ਹੀ ਨਹੀਂ ਹੋਈ। ਜੇ ਇਹ ਲੋਕ ਆਪਣਾ ਸਮਾਨ ਵੀ ਨਾਲ ਲੈ ਕੇ ਗਏ ਹੁੰਦੇ ਤਾਂ ਮੁਹੱਲੇ ਵਿੱਚ ਗੱਡੀ ਦੀ ਆਵਾਜ਼ ਜ਼ਰੂਰ ਆਈ ਹੁੰਦੀ। ਉਸ ਤੋਂ ਪਤਾ ਚੱਲ ਜਾਂਦਾ ਕਿ ਇੱਥੇ ਕੋਈ ਆਇਆ ਹੈ ਜਾਂ ਕੋਈ ਗਿਆ ਹੈ। ਐਵੇਂ ਕਿਵੇਂ ਹੋ ਸਕਦਾ ਹੈ? ਗਾਇਤਰੀ ਮਾਸੀ ਰਾਤੋਂ ਰਾਤ ਆਪਣੀਆਂ 3 ਕੁੜੀਆਂ ਦੇ ਨਾਲ ਘਰ ਛੱਡ ਕੇ ਚਲੀ ਜਾਵੇ। ਪਰ ਹੋ ਵੀ ਸਕਦਾ ਹੈ, ਪੈਸੇ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਇਨਸਾਨ ਬਹੁਤ ਕੁਝ ਬਣ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਪਛਤਾਉਂਦਾ ਫਿਰਦਾ ਹੈ। ਮੇਰੇ ਭਰਾ ਨੇ ਇਹ ਗੱਲ ਕਹਿ ਤਾਂ ਦਿੱਤੀ ਸੀ, ਪਰ ਮੈਨੂੰ ਉਸ ਦੀ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਤੇ ਯਕੀਨ ਆ ਵੀ ਨਹੀਂ ਸਕਦਾ ਸੀ। ਮੈਂ ਤਾਂ ਆਪਣੇ ਦਿਲ ਵਿੱਚ ਸੋਚ ਲਿਆ ਸੀ ਕਿ ਗਾਇਤਰੀ ਮਾਸੀ ਦੇ ਘਰ ਤੇ ਨਜ਼ਰ ਰੱਖੂੰਗੀ। ਹੋਵੇ ਨਾ ਹੋਵੇ ਉਹ ਇਸ ਘਰ ਦੇ ਅੰਦਰ ਹੀ ਮੌਜੂਦ ਹੋਵੇਗੀ। ਹੋ ਸਕਦਾ ਹੈ ਉਹ ਬਾਹਰ ਨਹੀਂ ਆਉਣਾ ਚਾਹੁੰਦੀ ਹੋਵੇ। ਸ਼ਾਇਦ ਉਹਨਾਂ ਨਾਲ ਕੋਈ ਇੱਦਾਂ ਦਾ ਹਾਦਸਾ ਹੋ ਗਿਆ ਹੈ ਜਿਸ ਦੀ ਵਜ੍ਹਾ ਨਾਲ ਉਹ ਪਰੇਸ਼ਾਨ ਹੈ, ਜਾਂ ਫਿਰ ਉਹ ਦੁਨੀਆ ਵਾਲਿਆਂ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀ। ਸ਼ਾਮ ਦੇ ਸਮੇਂ ਮੈਂ ਆਪਣੀ ਛੱਤ ਤੇ ਖੜੀ ਸੀ। ਉਦੋਂ ਅਚਾਨਕ ਮੈਂ ਇੱਕ ਅਜੀਬ ਜਿਹੀ ਗੱਲ ਦੇਖੀ। ਮੈਂ ਮਾਸੀ ਦੇ ਘਰ ਵੱਲ ਦੇਖ ਹੀ ਰਹੀ ਸੀ ਕਿ ਇੱਕ ਲਾਲ ਰੰਗ ਦੀ ਗੱਡੀ ਆਈ ਤੇ ਉਸ ਗੱਡੀ ਵਿੱਚੋਂ ਇੱਕ ਮੁੰਡਾ ਉਤਰਿਆ। ਮੈਂ ਉਸ ਦੀ ਸ਼ਕਲ ਨੂੰ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਨੂੰ ਦੇਖ ਨਹੀਂ ਪਾਈ ਤੇ ਨਾ ਹੀ ਉਸ ਨੂੰ ਪਹਿਚਾਣ ਪਾਈ ਸੀ, ਕਿਉਂਕਿ ਇੰਨੀ ਦੂਰ ਤੋਂ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਫਿਰ ਉਸ ਮੁੰਡੇ ਨੇ ਆਪਣੀ ਜੇਬ ਵਿੱਚੋਂ ਚਾਬੀ ਕੱਢੀ, ਤਾਲਾ ਖੋਲ੍ਹ ਕੇ ਅੰਦਰ ਗਿਆ। ਉਸਨੇ ਅੰਦਰ ਜਾਂਦੇ ਹੀ ਦਰਵਾਜ਼ੇ ਨੂੰ ਬੰਦ ਕਰ ਦਿੱਤਾ। ਮੈਂ ਇਹ ਸਭ ਕੁਝ ਆਪਣੀ ਛੱਤ ਤੇ ਖੜੇ ਹੋ ਕੇ ਦੇਖ ਰਹੀ ਸੀ। ਉਸਨੇ ਦਰਵਾਜ਼ੇ ਨੂੰ ਇਸ ਤਰ੍ਹਾਂ ਨਾਲ ਤਾਲਾ ਲਗਾਇਆ ਕਿ ਬਾਹਰ ਤੋਂ ਦੇਖਣ ਵਾਲੇ ਨੂੰ ਐਦਾਂ ਲੱਗੇ ਕਿ ਘਰ ਵਿੱਚ ਕੋਈ ਨਹੀਂ ਰਹਿ ਰਿਹਾ ਹੈ, ਪਰ ਉਹ ਤਾਂ ਦਰਵਾਜ਼ਾ ਬੰਦ ਕਰਕੇ ਅੰਦਰ ਚਲਾ ਗਿਆ ਸੀ। ਮੈਂ ਇਹ ਸਭ ਕੁਝ ਦੇਖ ਕੇ ਤੁਰੰਤ ਭੱਜਦੇ ਹੋਏ ਆਪਣੀ ਮਾਂ ਕੋਲ ਆ ਗਏ ਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਮੈਨੂੰ ਗੁੱਸਾ ਕੀਤਾ ਤੇ ਗੁੱਸਾ ਹੋ ਕੇ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਗਾਇਤਰੀ ਮਾਸੀ ਦੇ ਘਰ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਾ ਕਰਾਂ। ਅਸੀਂ ਉਸ ਨੂੰ ਮਾਸੀ ਜ਼ਰੂਰ ਕਹਿੰਦੇ ਸੀ, ਪਰ ਸਾਡਾ ਉਸ ਨਾਲ ਕੋਈ ਰਿਸ਼ਤਾ ਨਹੀਂ ਸੀ। ਉਹ ਸਿਰਫ ਸਾਡੀ ਗੁਆਂਢਣ ਸੀ। ਆਪਣੇ ਗੁਆਂਢੀਆਂ ਦਾ ਧਿਆਨ ਰੱਖਣਾ ਤਾਂ ਸਾਡਾ ਫਰਜ਼ ਬਣਦਾ ਹੈ। ਸਾਡਾ ਬਚਪਨ ਉਸ ਦੇ ਘਰ ਵਿੱਚ ਹੀ ਲੰਘਿਆ ਸੀ, ਇਸ ਲਈ ਸਾਡਾ ਉਹਨਾਂ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੋ ਗਿਆ ਸੀ। ਪਰ ਮੈਂ ਉਹਨਾਂ ਦੇ ਕਿਸੇ ਵੀ ਮਾਮਲੇ ਵਿੱਚ ਦਖਲ ਅੰਦਾਜ਼ੀ ਕਿਵੇਂ ਕਰਦੀ, ਕਿਉਂਕਿ ਮੇਰੀ ਮਾਂ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ। ਪਰ ਗਾਇਤਰੀ ਮਾਸੀ ਦੇ ਬੰਦ ਘਰ ਵਿੱਚ ਤਾਂ ਮੇਰੀ ਦਿਲਚਸਪੀ ਹੋਰ ਵੀ ਜ਼ਿਆਦਾ ਵੱਧਦੀ ਚਲੀ ਜਾ ਰਹੀ ਸੀ। ਮਾਂ ਦੇ ਕਹਿਣ ਤੇ ਤਾਂ ਮੈਂ ਉਹਨਾਂ ਦੇ ਘਰ ਨੂੰ ਭੁਲਾ ਦਿੱਤਾ ਸੀ, ਪਰ ਇੱਕ ਦਿਨ ਰਾਤ ਦੇ ਸਮੇਂ ਗਾਇਤਰੀ ਮਾਸੀ ਦੇ ਘਰ ਵਿੱਚੋਂ ਚੀਕਣ ਚਿੱਲਾਉਣ ਦੀ ਆਵਾਜ਼ ਆਉਣ ਲੱਗੀ। ਕਿਸੇ ਨੇ ਇਹ ਗੱਲ ਮਹਿਸੂਸ ਨਹੀਂ ਕੀਤੀ, ਪਰ ਮੈਨੂੰ ਉਸ ਦੇ ਘਰ ਵਿੱਚ ਕਿਸੇ ਔਰਤ ਦੇ ਚੀਕਣ ਦੀ ਆਵਾਜ਼ ਆ ਰਹੀ ਸੀ। ਮੈਂ ਤੁਰੰਤ ਭੱਜ ਕੇ ਛੱਤ ਤੇ ਗਈ। ਛੱਤ ਤੋਂ ਜਾ ਕੇ ਦੇਖਣ ਲੱਗੀ, ਪਰ ਕਿਸੇ ਨੂੰ ਵੀ ਮੈਂ ਆਲੇ ਦੁਆਲੇ ਉਹਨਾਂ ਦੇ ਘਰ ਵੱਲ ਜਾਂਦੇ ਹੋਏ ਨਹੀਂ ਦੇਖਿਆ ਸੀ।
ਸ਼ਾਇਦ ਲੋਕਾਂ ਨੂੰ ਉਹਨਾਂ ਦੇ ਘਰ ਤੋਂ ਚੀਕਣ ਚਿੱਲਾਉਣ ਦੀ ਆਵਾਜ਼ ਸੁਣਨ ਦੀ ਆਦਤ ਹੋ ਗਈ ਸੀ, ਜਾਂ ਫਿਰ ਉਹ ਟੀਚਰ ਵਾਲੀ ਗੱਲ ਸਭ ਨੂੰ ਯਾਦ ਆ ਗਈ ਸੀ। ਹੁਣ ਤਾਂ ਗਾਇਤਰੀ ਮਾਸੀ ਤੇ ਕੋਈ ਵੀ ਤਰਸ ਨਹੀਂ ਖਾਂਦਾ ਸੀ। ਵੈਸੇ ਵੀ ਉਹਨਾਂ ਦੇ ਘਰ ਦੇ ਬਾਹਰ ਤਾਂ ਤਾਲਾ ਲੱਗਿਆ ਹੋਇਆ ਸੀ, ਇਸ ਲਈ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਗਾਇਤਰੀ ਮਾਸੀ ਆਪਣੀ ਕੁੜੀਆਂ ਨਾਲ ਉਸ ਘਰ ਵਿੱਚ ਮੌਜੂਦ ਹੈ। ਕਿਸੇ ਨੇ ਵੀ ਉਹਨਾਂ ਦੀਆਂ ਚੀਕਾਂ ਵੱਲ ਧਿਆਨ ਨਹੀਂ ਦਿੱਤਾ। ਮੈਂ ਵੀ ਥੋੜੀ ਦੇਰ ਬਾਅਦ ਛੱਤ ਤੇ ਘੁੰਮ ਕੇ ਨੀਚੇ ਆ ਗਈ। ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਆਖਰ ਮੈਂ ਕਰ ਵੀ ਕੀ ਸਕਦੀ ਸੀ? ਇਕੱਲੀ ਤਾਂ ਮੈਂ ਕੁਝ ਕਰ ਵੀ ਨਹੀਂ ਸਕਦੀ ਸੀ। ਮੇਰੀ ਮਾਂ ਤੇ ਮੇਰਾ ਭਰਾ ਇਸ ਗੱਲ ਦੇ ਖਿਲਾਫ ਸੀ ਕਿ ਮੈਂ ਉਹਨਾਂ ਦੇ ਘਰ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਦੇਵਾਂ ਜਾਂ ਜ਼ਿਆਦਾ ਦਿਲਚਸਪੀ ਲਵਾਂ। ਖੈਰ, ਅਗਲੇ ਹੀ ਦਿਨ ਸਾਰੇ ਲੋਕਾਂ ਦੇ ਸਾਹਮਣੇ ਉਸ ਬੰਦ ਘਰ ਦਾ ਰਾਜ਼ ਖੁੱਲ੍ਹ ਚੁੱਕਿਆ ਸੀ। ਕੁਝ ਇੱਦਾਂ ਹੋਇਆ ਕਿ ਸਾਡੇ ਮੁਹੱਲੇ ਵਿੱਚ ਪੋਲੀਓ ਦੀ ਦਵਾਈ ਪਿਲਾਉਣ ਵਾਲੀਆਂ ਔਰਤਾਂ ਆ ਗਈਆਂ। ਉਹਨਾਂ ਔਰਤਾਂ ਨੂੰ ਆਪਣਾ ਕੈਂਪ ਲਾਏ ਹੋਏ ਬਹੁਤ ਰਾਤ ਹੋ ਚੁੱਕੀ ਸੀ। ਉਹ ਔਰਤ ਗਾਇਤਰੀ ਮਾਸੀ ਦੇ ਘਰ ਦੇ ਅੱਗੇ ਉਦੋਂ ਗਈਆਂ ਜਦੋਂ ਉਹ ਮੁੰਡਾ ਆਪਣੀ ਲਾਲ ਰੰਗ ਦੀ ਗੱਡੀ ਲੈ ਕੇ ਆਇਆ ਸੀ। ਉਹ ਮੁੰਡਾ ਗਾਇਤਰੀ ਮਾਸੀ ਦੇ ਦਰਵਾਜ਼ੇ ਕੋਲ ਆ ਕੇ ਰੁਕਿਆ। ਪੋਲੀਓ ਵਾਲੀ ਔਰਤ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਘਰ ਦੇ ਅੰਦਰ ਜਾਣ ਦੇ। ਉਸ ਮੁੰਡੇ ਨੇ ਪੋਲੀਓ ਵਰਕਰ ਨਾਲ ਬਦਤਮੀਜ਼ੀ ਕਰਨਾ ਸ਼ੁਰੂ ਕਰ ਦਿੱਤਾ। ਉਹ ਕੌਣ ਸੀ ਇਹ ਤਾਂ ਮੈਨੂੰ ਉਸ ਸਮੇਂ ਪਤਾ ਨਹੀਂ ਸੀ, ਪਰ ਉਸ ਪੋਲੀਓ ਵਰਕਰ ਨੂੰ ਉਸ ਮੁੰਡੇ ਤੇ ਕੁਝ ਸ਼ੱਕ ਹੋਇਆ। ਉਹ ਮੁੰਡਾ ਉਹਨਾਂ ਨੂੰ ਠੀਕ ਨਹੀਂ ਲੱਗਿਆ, ਇਸ ਲਈ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ। 1 ਘੰਟੇ ਦੇ ਬਾਅਦ ਹੀ ਪੁਲਿਸ ਗਾਇਤਰੀ ਮਾਸੀ ਦੇ ਦਰਵਾਜ਼ੇ ਤੇ ਮੌਜੂਦ ਸੀ। ਪੁਲਿਸ ਨੇ ਗਾਇਤਰੀ ਮਾਸੀ ਦਾ ਦਰਵਾਜ਼ਾ ਖੁਲਵਾਇਆ। ਬਾਹਰ ਤੋਂ ਤਾਲਾ ਲਗਾ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਪੁਲਿਸ ਤਾਂ ਇੱਦਾਂ ਦੇ ਲੋਕਾਂ ਨੂੰ ਫੜਨ ਵਿੱਚ ਮਾਹਿਰ ਹੁੰਦੀ ਹੈ। ਜਿਵੇਂ ਹੀ ਘਰ ਦਾ ਦਰਵਾਜ਼ਾ ਖੁੱਲ੍ਹਿਆ, ਗਾਇਤਰੀ ਮਾਸੀ ਦੀਆਂ ਕੁੜੀਆਂ ਦੀ ਚੀਕਣ ਚਿੱਲਾਉਣ ਦੀ ਆਵਾਜ਼ ਬਾਹਰ ਤੱਕ ਆਉਣ ਲੱਗੀ। ਗਾਇਤਰੀ ਮਾਸੀ ਦੀਆਂ ਕੁੜੀਆਂ ਨੂੰ ਘਰ ਦੇ ਅੰਦਰ ਹੀ ਕੈਦ ਕੀਤਾ ਗਿਆ ਸੀ। ਉਹਨਾਂ ਨੂੰ ਇੱਦਾਂ ਲੱਗਿਆ ਕਿ ਕੋਈ ਉਹਨਾਂ ਦੀ ਮਦਦ ਕਰਨ ਲਈ ਆਇਆ ਹੈ। ਉਸ ਸਮੇਂ ਉਹ ਚੀਕਦੀ ਪੁਕਾਰਦੀ ਬਾਹਰ ਆ ਗਈ। ਗਾਇਤਰੀ ਮਾਸੀ ਵੀ ਬਹੁਤ ਘਬਰਾਈ ਹੋਈ ਸੀ। ਗਾਇਤਰੀ ਮਾਸੀ ਦੀ ਸ਼ਕਲ ਦੇਖ ਕੇ ਇੱਦਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੇ ਬਹੁਤ ਦਿਨਾਂ ਤੋਂ ਕੁਝ ਖਾਤਾ ਪੀਤਾ ਵੀ ਨਹੀਂ ਹੈ। ਅਸੀਂ ਲੋਕ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਰਹੇ ਸੀ ਕਿ ਉਹਨਾਂ ਨੂੰ ਆਖਿਰ ਹੋਇਆ ਕੀ ਸੀ। ਪੁਲਿਸ ਦੀ ਮਦਦ ਨਾਲ ਗਾਇਤਰੀ ਮਾਸੀ ਤੇ ਉਹਨਾਂ ਦੀਆਂ 3 ਕੁੜੀਆਂ ਨੂੰ ਬਚਾ ਲਿਆ ਗਿਆ। ਗਾਇਤਰੀ ਮਾਸੀ ਤੇ ਉਹਨਾਂ ਦੀਆਂ ਕੁੜੀਆਂ ਬਹੁਤ ਘਬਰਾਈਆਂ ਹੋਈਆਂ ਸੀ। ਉਹ ਸਾਡੇ ਘਰ ਆ ਕੇ ਬੈਠ ਗਈਆਂ। ਮੈਂ ਉਹਨਾਂ ਨੂੰ ਪਾਣੀ ਪਿਲਾਇਆ। ਗਾਇਤਰੀ ਮਾਸੀ ਨੇ ਸਭ ਤੋਂ ਪਹਿਲਾਂ ਮੇਰੀ ਮਾਂ ਤੋਂ ਮਾਫੀ ਮੰਗੀ ਤੇ ਕਹਿਣ ਲੱਗੀ ਕਿ ਮੇਰੇ ਤੋਂ ਗਲਤੀ ਹੋ ਗਈ ਸੀ। ਮੈਂ ਤੇਰੇ ਮੁੰਡੇ ਨਾਲ ਬਹੁਤ ਬਦਸਲੂਕੀ ਕੀਤੀ ਸੀ ਤੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਨੂੰ ਉਸ ਟੀਚਰ ਦੀ ਵੀ ਬਦਦੁਆ ਲੱਗੀ ਸੀ ਜਿਸ ਨੂੰ ਅਸੀਂ ਉਸ ਦੀ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਵਿਚਾਰਾ ਤਾਂ ਸਾਡੇ ਤੋਂ ਆਪਣੀ ਮਿਹਨਤ ਦੇ ਪੈਸੇ ਮੰਗ ਰਿਹਾ ਸੀ, ਪਰ ਅਸੀਂ ਉਸ 'ਤੇ ਉਲਟਾ ਇਲਜ਼ਾਮ ਲਗਾ ਦਿੱਤਾ ਕਿ ਉਸ ਮੁੰਡੇ ਨੇ ਸਾਨੂੰ ਕਿਸੇ ਥਾਂ ਦਾ ਨਹੀਂ ਛੱਡਿਆ। ਪਰ ਉਸ ਮੁੰਡੇ ਨੇ ਸਾਡੇ ਤੋਂ ਸਾਰਾ ਬਦਲਾ ਲੈ ਲਿਆ, ਜਿਸ ਨਾਲ ਮੇਰੀ ਕੁੜੀ ਦਾ ਵਿਆਹ ਹੋਇਆ ਸੀ। ਮੈਂ ਤਾਂ ਸਮਝ ਰਹੀ ਸੀ ਕਿ ਉਹ ਮੁੰਡਾ ਬਹੁਤ ਅਮੀਰ ਹੈ, ਸਾਡੇ ਤਿੰਨਾਂ ਦਾ ਬਹੁਤ ਸੰਭਾਲ ਲਵੇਗਾ, ਪਰ ਉਹ ਤਾਂ ਬਹੁਤ ਅਜੀਬੋ-ਗਰੀਬ ਤੇ ਘਟੀਆ ਇਨਸਾਨ ਨਿਕਲਿਆ। ਉਸ ਨੇ ਜੋ ਸਾਡੇ ਨਾਲ ਕੀਤਾ, ਰੱਬ ਐਵੇਂ ਕਿਸੇ ਦੀ ਕੁੜੀ ਨਾਲ ਵੀ ਨਾ ਕਰੇ। ਉਸਨੇ ਘਰ ਵਿੱਚ ਆਉਂਦੇ ਹੀ ਸਾਨੂੰ ਚਾਰੋਂ ਮਾਂ ਕੁੜੀਆਂ ਨੂੰ ਘਰ ਵਿੱਚ ਬੰਦ ਕਰ ਦਿੱਤਾ ਤੇ ਘਰ ਵਿੱਚ ਬਾਹਰ ਤੋਂ ਤਾਲਾ ਲਗਵਾ ਦਿੱਤਾ। ਜਿਸ ਕੁੜੀ ਦਾ ਵਿਆਹ ਉਸ ਨਾਲ ਹੋਇਆ ਸੀ, ਉਸਨੇ ਤਾਂ ਉਸ ਦੀ ਵੀ ਕੋਈ ਇੱਜ਼ਤ ਨਹੀਂ ਰੱਖੀ। ਉਸ ਨੂੰ ਡਰਾ ਧਮਕਾ ਕੇ ਸਾਡੇ ਤੋਂ ਸਾਡੇ ਘਰ ਦੇ ਪੇਪਰ ਮੰਗੇ। ਉਸਨੇ ਮੈਨੂੰ ਕਿਹਾ ਕਿ ਮੈਂ ਸਾਈਨ ਕਰ ਦੇਵਾਂ ਤੇ ਘਰ ਉਸ ਦੇ ਨਾਂ ਕਰ ਦੇਵਾਂ। ਮੈਂ ਸਮਝ ਗਈ ਸੀ ਕਿ ਉਸ ਦੇ ਕੀ ਇਰਾਦੇ ਹਨ, ਆਖਰ ਉਹ ਕੀ ਚਾਹੁੰਦਾ ਹੈ, ਤੇ ਜੋ ਉਹ ਚਾਹੁੰਦਾ ਹੈ ਮੈਂ ਉਸ ਸਭ ਤੋਂ ਇਨਕਾਰ ਕਰਦੀ ਰਹੀ। ਮੈਂ ਉਸ ਦੀ ਗੱਲ ਨਹੀਂ ਮੰਨੀ। ਇਸ ਗੱਲ ਤੇ ਉਸਨੇ ਸਾਨੂੰ ਸਾਰਿਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਜੇ ਪੁਲਿਸ ਨਹੀਂ ਆਉਂਦੀ ਤਾਂ ਅਸੀਂ ਸਾਰੀ ਉਮਰ ਇਸ ਕੈਦ ਵਿੱਚ ਛੱਡਦੇ ਰਹਿੰਦੇ। ਇਸ ਲਈ ਉਸਨੇ ਘਰ ਦੇ ਬਾਹਰ ਤਾਲਾ ਲਗਾ ਕੇ ਸਭ ਨੂੰ ਇਹ ਸਾਬਿਤ ਕਰਵਾ ਦਿੱਤਾ ਕਿ ਅਸੀਂ ਘਰ ਤੋਂ ਬਾਹਰ ਗਏ ਹੋਏ ਹਾਂ, ਜਦੋਂ ਕਿ ਅਸੀਂ ਕਿਤੇ ਵੀ ਨਹੀਂ ਗਏ ਹੋਏ ਸੀ। ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਸੀ। ਉਸ ਆਦਮੀ ਨੇ ਸਾਨੂੰ ਕਿਸੇ ਥਾਂ ਦਾ ਨਹੀਂ ਛੱਡਿਆ। ਰੱਬ ਨੇ ਸਾਡੀ ਇੱਜ਼ਤ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ। ਪਤਾ ਨਹੀਂ ਮੇਰਾ ਤੇ ਮੇਰੀਆਂ ਕੁੜੀਆਂ ਦਾ ਕੀ ਹੁੰਦਾ। ਗਾਇਤਰੀ ਮਾਸੀ ਇਹ ਸਭ ਕਹਿ ਕੇ ਬਹੁਤ ਰੋਣ ਲੱਗੀ ਤੇ ਉਹਨਾਂ ਦੀਆਂ 3 ਕੁੜੀਆਂ ਬਹੁਤ ਡਰੀਆਂ ਹੋਈਆਂ ਲੱਗ ਰਹੀਆਂ ਸੀ। ਕੁਝ ਦੇਰ ਬਾਅਦ ਪੁਲਿਸ ਸਾਡੇ ਘਰ ਆਈ। ਪੁਲਿਸ ਨੇ ਉਹਨਾਂ ਸਭ ਦੇ ਨਾਲ ਜੋ ਹੋਇਆ ਸੀ ਉਸ ਬਾਰੇ ਪੁੱਛਤਾਛ ਕੀਤੀ। ਉਹ 3 ਕੁੜੀਆਂ ਇੰਨੀਆਂ ਡਰੀਆਂ ਹੋਈਆਂ ਸੀ ਕਿ ਉਹਨਾਂ ਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲਿਆ, ਪਰ ਗਾਇਤਰੀ ਮਾਸੀ ਨੇ ਪੁਲਿਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਉਸ ਮੁੰਡੇ ਨੂੰ ਪੁਲਿਸ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ। ਉਹ ਮੁੰਡਾ ਪਹਿਲਾਂ ਵੀ ਹੋਰ ਬਹੁਤ ਸਾਰੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਉਹਨਾਂ ਦੇ ਘਰ ਵਾਲਿਆਂ ਤੇ ਜ਼ੁਲਮ ਕਰ ਚੁੱਕਿਆ ਸੀ। ਸਾਨੂੰ ਸਾਰਿਆਂ ਨੂੰ
ਮਾਸੀ ਤੇ ਬਹੁਤ ਤਰਸ ਆ ਰਿਹਾ ਸੀ। ਪਰ ਹੁਣ ਅਸੀਂ ਕੀ ਕਰ ਸਕਦੇ ਸੀ? ਉਹਨਾਂ ਦੇ ਨਾਲ ਜੋ ਹੋਇਆ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਸੀ। ਕਹਿੰਦੇ ਹਨ ਕਿ ਆਪਣੀ ਕੁੜੀ ਦਾ ਵਿਆਹ ਦੇਖਭਾਲ ਕੇ ਕਰਨਾ ਚਾਹੀਦਾ ਹੈ। ਗਾਇਤਰੀ ਮਾਸੀ ਨੇ ਬਹੁਤ ਜਲਦਬਾਜ਼ੀ ਕੀਤੀ ਸੀ। ਜਲਦਬਾਜ਼ੀ ਵਿੱਚ ਕੀਤੇ ਹੋਏ ਫੈਸਲੇ ਹਮੇਸ਼ਾ ਗਲਤ ਸਾਬਿਤ ਹੁੰਦੇ ਹਨ। ਉਸ ਮੁੰਡੇ ਨੂੰ ਤਾਂ ਸਜ਼ਾ ਮਿਲ ਚੁੱਕੀ ਸੀ, ਪਰ ਗਾਇਤਰੀ ਮਾਸੀ ਦੇ ਦਿਲ ਵਿੱਚ ਉਸਨੇ ਜੋ ਡਰ ਬਿਠਾਇਆ ਸੀ, ਸ਼ਾਇਦ ਉਹ ਇੰਨੀ ਜਲਦੀ ਉਹਨਾਂ ਦੇ ਦਿਲ ਤੋਂ ਨਹੀਂ ਜਾਵੇਗਾ। ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਆਪਣੇ ਵਿਚਾਰ ਕਮੈਂਟ ਜ਼ਰੂਰ ਕਰਨਾ।